ਲੋ ਜੀ, ਰੁਲ ਖੁੱਲ ਕੇ ਗੱਲ ਫੇਰ ਜ਼ਨਾਨੀਆਂ ਦੀ ਤੰਬੀਆਂ ਵੱਲ ਆ ਗਈ ਜੇ। ਮੈਨੂੰ ਤੇ ਲੱਗਿਆ ਸੀ ਕਿ ਜ਼ਨਾਨੀ ਆਪਣੇ ਟੱਬਰ ਦੇ ਬੰਦੇ ਦੀ ਬਗੈਰਤੀ ਇੱਜ਼ਤ ਦਾ ਠੇਕਾ ਚੁੱਕੀ ਫਿਰਦੀ ਹੈ, ਕਿਉਂਕਿ ਜਦ ਵੀ ਬੰਦਾ ਕੋਈ ਬਗੈਰਤੀ ਕਰਦਾ ਹੈ ਤੇ ਕਿਸੇ ਨਾ ਕਿਸੇ ਘਰ ਦੀ ਜ਼ਨਾਨੀ ਨੂੰ ਕਤਲ ਕਰ ਦਿੰਦੇ ਨੇ, ਫਨੀ ਹੋ ਜਾਂਦੀ ਹੈ, ਤੇਜ਼ਾਬ 'ਚ ਨਵਾਈ ਜਾਂਦੀ ਹੈ, ਜਾਂ ਅੱਜ ਕੱਲ੍ਹ ਦਾ ਨਵਾਂ ਫੈਸ਼ਨ ਉਹਦੀਆਂ ਤਸਵੀਰਾਂ ਲਵੋ, ਫੋਟੋਸ਼ਾਪ ਕਰੋ, ਵਾਇਰਲ ਕਰ ਦਿਓ। ਇਹ ਤੇ ਭਲਾ ਹੋਏ ਟੀਵੀ 'ਤੇ ਲੱਗੇ ਅਹਿਸਾਸ ਦੇ ਨਾਂ 'ਤੇ ਲੱਗੇ ਬੇਹਿੱਸੀ ਦੇ ਡਰਾਮੇ ਦਾ, ਕਿ ਉਹਨੇ ਸਾਨੂੰ ਦੱਸਿਆ ਕਿ ਉਹ ਬੀਬੀਓ ਆਪਣੇ ਆਪ ਨੂੰ ਹਲਕਾ ਨਾ ਲਵੋ, ਤੁਸੀਂ ਤੇ 3 ਸਕਿੰਟੀ ਪੂਰੀ ਦੁਨੀਆ ਉੱਤੇ ਥੱਲੇ ਕਰ ਸਕਦੀਆਂ ਜੀ। ਹਾਏ ਰੱਬਾ, ਕੀ ਹੋਇਆ? ਗਲਤ ਗੱਲ ਕੀਤੀ ਹੈ। ਗਲਤ ਗੱਲ ਕੀਤੀ ਹੈ ਤੇ ਫਿਰ ਇਹ ਦੱਸੋ ਕਿ ਜ਼ਲਜ਼ਲੇ ਤੋਂ ਲੈ ਕੇ ਕਰੋਨਾ ਤੱਕ ਕੋਈ ਗੱਲ ਹੋਵੇ, ਇਹ ਸਾਡੇ ਤੇ ਸਾਡੇ ਕੱਪੜਿਆਂ ਤੇ ਆ ਕੇ ਕਿਉਂ ਮੁੱਕਦੀ ਹੈ? ਸਾਡੇ ਵਜ਼ੀਰ ਆਜ਼ਮ ਨੇ ਲੋਕਾਂ ਦੇ ਅਹਿਸਾਸ ਨੂੰ ਇਸਲਾਮੀ ਚੂੰਡੀ ਵੱਢਣ ਲਈ ਮੌਲਾਨਾ ਤਾਰਿਕ ਜਮੀਲ ਸਾਹਿਬ ਨੂੰ ਖਾਸ ਦਾਵਤ ਦਿੱਤੀ ਕਿ ਆਇਆ ਜੇ, ਅਸੀਂ ਆਪਣੇ ਅਹਿਸਾਸ ਦਾ ਖ਼ਤਮ ਰੱਖਿਆ ਹੈ, ਤੁਸੀਂ ਆ ਕੇ ਦੁਆ ਕਰਾ ਦਿਓ। ਬੇੜੇ ਗਰਕ ਹੋਣ ਇਸ ਮੀਡੀਆ ਤੇ ਮੀਡੀਆ ਦੀ ਫੈਲਾਈ ਹੋਈ ਬੇਹਯਾਈ ਦੇ, ਮਗਰ ਕੀ ਕੀਤਾ ਜਾਵੇ। ਉੱਥੇ ਵਜ਼ੀਰ ਆਜ਼ਮ ਸਾਹਿਬ ਨੇ ਸਾਰੇ ਵੱਡੇ ਵੱਡੇ ਐਂਕਰ ਵੀ ਲਾਈਨ 'ਚ ਬਿਠਾਏ ਸਨ ਤਾਂ ਕਿ ਗੁਰਾਈ ਚੰਗੀ ਹੋ ਸਕੇ। ਸਭ ਤੋਂ ਪਹਿਲੇ ਸਾਡੇ ਨੇਕ ਔਰ ਗਰੀਬ ਪਰਵਰ ਵਜ਼ੀਰ ਆਜ਼ਮ ਨੇ ਬਿਆਨ ਫਰਮਾਇਆ। ਉਹਨਾਂ ਆਖਿਆ, ਕਾਕਾ ਸਭ मोह माया है, ईमान पे मजबूत रखो, कोरोना तुम्हें कुछ नहीं करेगा। अखीर च वारी आई आला हजरत आली मरतबत मौलाना तारिक जमील साहब की दुआ करने लई। मौलाना साहब बड़ा नरम दिल रखते हैं, अक्सर अपने खिताबात च रोन लग जाते हैं। उस दिन भी दिल भर आया, अथरुआं दी लैन लग गई, अखां मीचियां, हथ चुके मौलाना साहब रोंदे आख्या, वे कर्मा वालिओ, जे तुसी करोना तो बचना चाहते हो तो फौरन अपने घर दी जनानियां दे गले घुट दवो। की होया? है नहीं क्या सी? ते फिर इस गल दा की मतलब सी कि साडे मुल्क च करोना दी वजह औरतां दी बेहयाई ते उन्हां दा बेहया लिबास है, और ये बेहयाई मीडिया घर घर फैला रहा है। उस तकरीब च जिन्ने भी जने सन ते नाल औरतां सन, किसी नूं हिम्मत नहीं हुई कि वो उठ के कहंदा, मौलाना साहब रुक जाओ, तुसी गलत गल कर रहे हो। होर ते होर साडा वज़ीर आज़म ਜਿਹੜੇ ਮੁਲਕ ਦੀ 50% ਔਰਤਾਂ ਦੀ ਆਬਾਦੀ ਦੇ ਵੀ ਵਜ਼ੀਰ ਆਜ਼ਮ ਨੇ, ਉਹਨਾਂ ਨੇ ਵੀ ਜਦੋਂ ਔਰਤਾਂ ਨੂੰ ਕਰੋਨਾ ਦਾ ਮੁਜਰਮ ਠਹਿਰਾਇਆ ਜਾ ਰਿਹਾ ਸੀ, ਇਹ ਗੱਲ ਸੁਣ ਕੇ ਦਰ ਵੱਟ ਲਿਆ। ਦੁਨੀਆ ਦਾ ਅਸੂਲ ਹੈ ਕਿ ਜਦ ਤੁਸੀਂ ਕਿਸੇ ਦੇ ਪਾਸੇ ਇੱਕ ਉਂਗਲ ਚੁੱਕਦੇ ਹੋ ਤੇ 4 ਉਂਗਲਾਂ ਦਾ ਮੂੰਹ ਤੁਹਾਡੇ ਵੱਲ ਹੁੰਦਾ ਹੈ। ਉਹ 4 ਉਂਗਲਾਂ ਤੁਹਾਡੇ ਕੋਲੋਂ ਜਵਾਬ ਮੰਗਦੀਆਂ ਨੇ। ਅੱਜ मैं बहुत एहतराम ना मौलाना तारिक जमील को 4 सवाल करना चाहनी हूँ। नंबर 1, मौलाना साहब इरशाद फरमाओ, कुरान और हदीस विच सैक्स खुतबात की इजाज़त कित्थे दिती गई है? तुसी अपने खुतबात च हूरां दा मेकअप, उन्हां दे अंडरगारमेंट्स और उन्हां दा ब्लू प्रिंट इस फसाहत नाल बयान करते हो कि थले बैठे वाले लोग भी हाल चढ़ जाता है ते तुसी भी अख मीच के सिर हिला देंगे। मेरा दूसरा सवाल, जब एक 5 साल की कुड़ी नूं एक मुसलमान अगवा करके, ज़ना करके ते कतल करके कूड़े दे ढेर ते सुट जाता है, ते ज़मीन क्यों नहीं कंबती, आसमान क्यों नहीं फटता, जलजला क्यों नहीं आता? मेरा तीसरा सवाल,
ਜਦ ਇੱਕ ਮੁਸਲਮਾਨ ਔਰਤ ਨੂੰ ਕਬਰ ਵਿੱਚੋਂ ਕੱਢ ਕੇ ਉਹਦੇ ਨਾਲ ਜ਼ਿਨਾ ਕਰਦਾ ਹੈ ਤੇ ਇਸ ਅਮਲ ਦੇ ਕਰਦੇ ਹੋਏ ਉਸ ਤੇ ਫਾਲਜ ਕਿਉਂ ਨਹੀਂ ਡਿੱਗਦਾ? ਜ਼ਮੀਨ ਤੇ ਕੋਈ ਅਜ਼ਾਬ ਨਹੀਂ ਆਉਂਦਾ, ਕੋਈ ਅੱਗ ਕਿਉਂ ਨਹੀਂ ਜੇ ਲੱਗਦੀ? ਇਸ ਬਾਰੇ ਵੀ ਥੋੜੀ ਵਜ਼ਾਹਤ ਕਰੋ। ਮੇਰਾ ਚੌਥਾ ਸਵਾਲ, ਜਦ ਘਰ ਦਾ ਸਗਾ ਪਿਓ, ਭਾਈ, ਚਾਚੇ, ਮਾਮੇ ਘਰ ਦੀ ਔਰਤ ਦਾ ਮੂੰਹ ਘੁੱਟ ਕੇ ਉਹਦੇ ਨਾਲ ਜ਼ਿਨਾ ਕਰਦੇ ਨੇ ਤੇ ਉਸ ਅਮਲ ਦੇ ਦੌਰਾਨ ਉਹਨਾਂ ਤੇ ਕੂੜ ਕਿਉਂ ਨਹੀਂ ਆਉਂਦਾ? ਉਹਨਾਂ ਤੇ ਕੀੜੇ ਕਿਉਂ ਨਹੀਂ ਪੈਂਦੇ? ਉਹ ਜਿਹੜਾ ਅਜ਼ਾਬ ਹੈ ਉਹ ਸਿਰਫ ਔਰਤ ਕਿਉਂ ਸਹਿੰਦੀ ਹੈ? ਉਹ ਅਜ਼ਾਬ ਦੁਨੀਆ ਤੇ ਕਿਉਂ ਨਹੀਂ ਆਉਂਦਾ? ਮੀਡੀਆ ਦੀ ਬੜੀ ਤਾਕਤ ਹੈ। ਕੱਲ ਮੌਲਾਨਾ ਸਾਹਿਬ ਮੀਡੀਆ ਤੇ ਇੱਕ ਪ੍ਰੋਗਰਾਮ 'ਚ ਆਏ ਤੇ ਉਹਨਾਂ ਨੇ ਕਿਹਾ ਕਿ ਮੈਂ ਬੜਾ ਆਜਜ਼ ਔਰ ਗੁਨਾਹਗਾਰ ਬੰਦਾ ਹੈ, ਖਤਾ ਦਾ ਪੁਤਲਾ ਹੈ। ਕੱਲ ਮੀਡੀਆ ਦੀ ਸ਼ਾਨ 'ਚ ਜਿਹੜੀ ਮੇਰੇ ਕੋਲੋਂ ਗੁਸਤਾਖੀ ਹੋਈ ਸੀ, ਮੈਂ ਉਹਦੀ ਮਾਫੀ ਮੰਗਦਾ। ਕੀ ਕੀਤਾ ਜਾਏ? ਹਰ ਬੰਦਾ ਜਿਹਦੇ ਕੋਲੋਂ ਕੋਈ ਗਲਤੀ ਹੋ ਜਾਏ ਨਾ, ਉਹ ਇਹੀ ਕਹਿੰਦਾ ਹੈ ਮੈਂ ਨਹੀਂ ਕੀਤੀ, ਮੈਂ ਵਾਸਾਂ 'ਚ ਨਹੀਂ ਸਾਂ, ਉਹ ਮੇਰੇ ਤੇ ਸ਼ੈਤਾਨ ਆ ਗਿਆ ਸੀ, ਉਹਨੇ ਮੇਰੇ ਹਵਾਸ ਖਰਾਬ ਕਰਤੇ ਸਨ, ਮੈਨੂੰ ਕੁਝ ਨਹੀਂ ਪਤਾ, ਮੈਂ ਕੁਝ ਕੀਤਾ ਹੀ ਨਹੀਂ, ਮੈਂ ਜ਼ਿੰਮੇਦਾਰ ਹੀ ਨਹੀਂ। ਤੇ ਇਸ ਲਈ ਬੰਦੇ ਤੇ ਕਦੀ ਕੋਈ ਜ਼ਿੰਮੇਦਾਰੀ ਪੈਂਦੀ ਹੀ ਨਹੀਂ। ਮਗਰ ਸੱਚ ਤੇ ਇਹ ਹੈ ਕਿ ਇਹਨਾਂ ਸਾਰਿਆਂ ਬੰਦਿਆਂ ਨੂੰ ਪੂਰਾ ਪਤਾ ਹੁੰਦਾ ਹੈ ਇਹਨਾਂ ਨੇ ਕੀ ਕਿਹਾ, ਕੀ ਕੀਤਾ, ਇਹ ਕੀ ਕਰਦੇ ਨੇ ਤੇ ਕੀ ਕਰਨਾ ਚਾਹੁੰਦੇ ਨੇ। ਜੇ ਕਦੀ ਇਹ ਆਪਣੇ ਗਿਰਬਾਨ 'ਚ ਆਪ ਝਾਂਕ ਕੇ ਵੇਖ ਲੈਣ ਨਾ ਤੇ ਅੰਦਰ ਦਾ ਕੂੜ ਤੇ ਬਦਬੂਦਾਰ ਕੂੜਾ ਵੇਖ ਕੇ ਇਹਨਾਂ ਦੇ ਸਾਹ ਉਸੇ ਵੇਲੇ ਖਤਮ ਹੋ ਜਾਣ। ਕੌਮੀ ਅਹਿਸਾਸ ਦੀ ਤਕਰੀਬ 'ਚ ਉਹ ਸਾਰੇ ਬੇਹਿੱਸ ਲੋਕ ਜਿਹੜੇ ਮੌਲਾਨਾ ਸਾਹਿਬ ਦੀ ਇਸ ਗੱਲ ਤੇ ਖਾਮੋਸ਼ ਰਹੇ, ਮੇਰੇ ਲਈ ਉਹ ਮੌਲਾਨਾ ਸਾਹਿਬ ਦੇ ਨਾਲ ਸ਼ਰੀਕੇ ਜੁਰਮ।